ਗਿਆਨ ਰਤਨ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਫਰੀਦ ਜੀ ਦਾ ਪਾਵਨ ਫਰਮਾਨ ਹੈ, ਆਪ ਸਵਾਰ ਹੈ ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹਾ ਹੈ, ਸਭ ਜਗ ਤੇਰਾ ਹੋਏ। ਭਾਵ ਜਿਹੜਾ ਵੀ ਮਨੁੱਖ ਉਸ ਅਕਾਲ ਪੁਰਖ ਵਾਹਿਗੁਰੂ ਦਾ ਬਣ ਜਾਂਦਾ ਹੈ, ਫਿਰ ਸਾਰਾ ਜਗਤ ਉਸ ਦਾ ਆਪਣਾ ਬਣ ਜਾਂਦਾ ਹੈ। ਇਸੇ ਭਾਵ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਅਸੀਂ ਦ੍ਰਿਸ਼ਟਾਂਤ ਸਰਵਣ ਕਰਾਂਗੇ ਇੱਕ ਬਹਿਰੂਪੀਏ ਦਾ। ਇੱਕ ਰਾਜੇ ਦੇ ਦਰਬਾਰ ਦੇ ਵਿੱਚ ਇੱਕ ਬਹਿਰੂਪੀਆ ਰਿਹਾ ਕਰਦਾ ਸੀ। ਆਸੇ ਪਾਸੇ ਬੜਾ ਮਸ਼ਹੂਰ ਸੀ, ਉਹਦੇ ਵਰਗਾ ਕੋਈ ਰੂਪ ਨਹੀਂ ਸੀ ਬਣਾ ਸਕਦਾ। ਇਸੇ ਕਾਰਨ ਕਰਕੇ ਰਾਜੇ ਨੇ ਆਪਣੇ ਮਨੋਰੰਜਨ ਦੇ ਵਾਸਤੇ ਉਸ ਬਹਿਰੂਪੀਏ ਨੂੰ ਆਪਣੇ ਮਹਿਲ ਵਿੱਚ ਰੱਖਿਆ ਹੋਇਆ ਸੀ। ਪਰ ਇੱਕ ਹੈਰਾਨਗੀ ਵਾਲੀ ਇਹ ਗੱਲ ਸੀ ਕਿ ਜਦ ਵੀ ਬਹਿਰੂਪੀਆ ਕੋਈ ਵੀ ਰੂਪ ਧਾਰਨ ਕਰਕੇ ਰਾਜੇ ਦੇ ਅੱਗੇ ਆਉਂਦਾ ਤਾਂ ਜਿਹੜਾ ਰਾਜਾ ਸੀ ਉਹ ਚਾਹੇ ਬਹਿਰੂਪੀਆ ਕਿਸੇ ਵੀ ਭੇਖ ਦੇ ਵਿੱਚ ਹੋਵੇ ਉਸੇ ਵਕਤ ਪਛਾਣ ਲੈਂਦਾ ਸੀ। ਤੋ ਬਹਿਰੂਪੀਏ ਦੇ ਮਨ ਵਿੱਚ ਇਸ ਗੱਲ ਬਾਰੇ ਬੜੀ ਇੱਕ ਚਿੰਤਾ ਲੱਗੀ ਰਹਿੰਦੀ ਸੀ ਕਿ ਮੇਰੇ ਬਹਿਰੂਪੀਆ ਹੋਣ ਦੇ ਉੱਤੇ ਭਾਵ ਕੀ ਹੈ, ਵੀ ਉਹਨੂੰ ਇੱਕ ਸ਼ੰਕਾ ਪੈ ਗਈ ਕਿ ਮੇਰਾ ਬਹਿਰੂਪੀਆ ਹੋਣ ਦਾ ਕੀ ਲਾਭ ਹੈ ਕਿ ਜਿਹੜਾ ਮੇਰਾ ਰੂਪ ਹੈ ਉਹ ਤਾਂ ਰਾਜਾ ਦੇਖਦੇ ਸਾਰ ਹੀ ਪਛਾਣ ਲੈਂਦਾ। ਤੋ ਹੁਣ ਮਨ ਵਿੱਚ ਵਿਚਾਰ ਕਰਦਾ ਹੈ ਕਿ ਹੁਣ ਇਹੋ ਜਿਹਾ ਰੂਪ ਬਣਾਵਾਂਗਾ ਜਿਹੜਾ ਬਾਦਸ਼ਾਹ ਪਛਾਣ ਹੀ ਨਾ ਸਕੇ। ਬਾਦਸ਼ਾਹ ਦੇ ਦਰਬਾਰ ਦੇ ਵਿੱਚ ਪਹੁੰਚਦਾ ਹੈ ਤਾਂ ਬਾਦਸ਼ਾਹ ਨੂੰ ਆਖਦਾ ਹੈ ਕਿ ਇਹ ਰਾਜਨ, ਤੁਸੀਂ ਮੈਨੂੰ ਆਪਣੇ ਦਰਬਾਰ ਦੇ ਵਿੱਚ ਇਸ ਕਰਕੇ ਰੱਖਿਆ ਕਿ ਮੈਂ ਤੁਹਾਡਾ ਮਨੋਰੰਜਨ ਕਰਾਂ, ਵੱਖੋ ਵੱਖਰੇ ਰੂਪ ਲੈ ਕੇ ਤੁਹਾਡੇ ਸਾਹਮਣੇ ਆਵਾਂ। ਪਰ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਵੀ ਜਿਹੜਾ ਵੀ ਰੂਪ ਲੈ ਕੇ ਮੈਂ ਤੁਹਾਡੇ ਸਨਮੁਖ ਆਉਣਾ, ਸਾਹਮਣੇ ਆਉਣਾ, ਤੁਸੀਂ ਮੈਨੂੰ ਉਸੇ ਵਕਤ ਪਛਾਣ ਲੈਂਦੇ ਹੋ। ਤੋ ਹੁਣ ਪਰ ਮੇਰਾ ਮਨ ਕਰਦਾ ਹੈ ਕਿ ਹੁਣ ਮੈਂ ਇਹੋ ਜਿਹਾ ਰੂਪ ਧਾਰਨ ਕਰਾਂਗਾ ਜਿਸ ਰੂਪ ਦੇ ਵਿੱਚ ਤੁਸੀਂ ਮੈਨੂੰ ਪਛਾਣ ਹੀ ਨਹੀਂ ਸਕੋਗੇ। ਤੋ ਰਾਜੇ ਨੇ ਕਹਿ ਦਿੱਤਾ ਕਿ ਠੀਕ ਹੈ ਭਾਈ, ਪਰ ਇਹ ਚੇਤੇ ਰੱਖੀ ਕਿ ਜੇਕਰ ਹੁਣ ਤੂੰ ਇਹ ਸ਼ਰਤ ਲਾਈ ਲਈ ਹੈ, ਪਰ ਜੇ ਤੂੰ ਐਤਕੀ ਫੜਿਆ ਗਿਆ ਤਾਂ ਫਿਰ ਤੂੰ ਰਾਜ ਮਹਿਲ ਤੋਂ ਬਾਹਰ ਚਲਿਆ ਜਾਏਗਾ। ਤੋ ਇਸ ਗੱਲ ਨੂੰ ਜਾਂ ਕਹਿ ਲਓ ਇਸ ਸ਼ਰਤ ਨੂੰ ਸਵੀਕਾਰ ਕਰ ਲਿਆ ਉਸ ਬਹਿਰੂਪੀਏ ਨੇ। ਹੁਣ ਘਰ ਵਿੱਚ ਜਾਂਦਾ ਤੇ ਘਰ ਵਿੱਚ ਜਾ ਕੇ ਸੋਚੀ ਜਾਂਦਾ ਕਿ ਹੁਣ ਮੈਂ ਕਿਹੜਾ ਰੂਪ ਧਾਰਨ ਕਰਾਂ। ਤੋ ਸੋਚੀ ਗਿਆ ਪਰ ਹੁਣ ਮਨ ਦੇ ਵਿੱਚ ਇਹਦੇ ਇੱਕ ਵਿਚਾਰ ਆਇਆ। ਇਹਨੇ ਆਪਣੇ ਪਾਟੇ ਜਿਹੇ ਕੱਪੜੇ ਪਾ ਲਏ, ਸਿਰ ਉੱਤੇ ਇੱਕ ਟੇਢੀ ਜਿਹੀ ਪੱਗ ਬੰਨ੍ਹ ਲਈ, ਦੁਪੱਟੇ ਦੀ ਤਰ੍ਹਾਂ ਜਿਵੇਂ ਮੜਾਸਾ ਮਾਰਿਆ ਹੁੰਦਾ। ਹੁਣ ਇਹ ਚੌਂਕ ਦੇ ਵਿੱਚ ਜਾ ਕੇ ਬੈਠ ਗਿਆ ਤੇ ਚੌਂਕ ਦੇ ਵਿੱਚ ਬੈਠ ਕੇ ਇਹ ਅੱਲਾ 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 ਜਪ ਰਿਹਾ ਹੈ, ਭਾਵ ਕਿ ਖੁਦਾ ਦੀ ਬੰਦਗੀ ਵਿੱਚ ਲੱਗ ਗਿਆ। ਹੁਣ ਜਿਹੜਾ ਵੀ ਰਾਹਗੀਰ ਜਾਂਦਾ ਇਹਦੇ ਵੱਲ ਦੇਖੀ ਜਾ ਰਿਹਾ ਹੈ। ਬਾਜ਼ਾਰ ਦੇ ਵਿੱਚ ਸੀ, ਬਾਜ਼ਾਰ ਦੇ ਚੌਂਕ ਵਿੱਚ ਬੈਠਾ ਹੈ, ਅੱਲਾ ਅੱਲਾ ਬੋਲੀ ਜਾ ਰਿਹਾ। ਜਿਹੜਾ ਵੀ ਕੋਲ ਦੀ ਲੰਘਦਾ ਹੈ, ਸਾਰੇ ਜਾਣਿਆਂ ਦੇ ਹਰੇਕ ਦੇ ਮਨ ਵਿੱਚ ਇਹੀ ਆਉਂਦਾ ਹੈ ਕਿ ਕੋਈ ਲੱਗਦਾ ਕੋਈ ਪਹੁੰਚਿਆ ਹੋਇਆ ਫਕੀਰ ਹੈ, ਜਿਹੜਾ ਨਾ ਤਾਂ ਕੋਈ ਬਾਹਲਾ ਭੋਜਨ ਪਾਣੀ ਖਾਂਦਾ ਹੈ ਜਾਂ ਕਹਿ ਲਓ ਆਸੇ ਪਾਸੇ ਕੋਈ ਧਿਆਨ ਨਹੀਂ ਦਿੰਦਾ। ਤੋ ਹੌਲੀ ਹੌਲੀ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ, ਇਹ ਜਿਹੜੀ ਗੱਲ ਸੀ ਰਾਜੇ ਤੱਕ ਪਹੁੰਚ ਗਈ ਕਿ ਬਾਜ਼ਾਰ ਦੇ ਚੌਂਕ ਦੇ ਵਿੱਚ ਇੱਕ ਫਕੀਰ ਆਇਆ ਜਿਹੜਾ ਕਿ ਉਸ ਖੁਦਾ ਦੀ ਬੰਦਗੀ ਵਿੱਚ ਲੱਗਿਆ ਰਹਿੰਦਾ। ਤੋ ਹੁਣ ਬਾਦਸ਼ਾਹ ਦੇ ਮਨ ਵਿੱਚ ਇਹ ਕਹਿ ਲਓ ਵੀ ਜਿਵੇਂ ਪਹਿਲਾਂ ਹੀ ਹਰੇਕ ਚੀਜ਼ ਉੱਤੇ ਸ਼ੰਕਾ ਕਰਨੀ ਹੈ। ਆਪਣੇ ਜਾਸੂਸਾਂ ਨੂੰ ਭੇਜਿਆ ਵੀ ਜਾ ਕੇ ਪਤਾ ਕਰੋ ਕਿਤੇ ਇਹ ਨਾ ਹੋਵੇ ਕੋਈ ਡੰਬੀ ਜਾਂ ਪਖੰਡੀ ਨਾ ਬੈਠਾ ਹੋਵੇ। ਹੁਣ ਜਿਹੜੇ ਪਖੰਡੀ ਸੀ ਉਹਨਾਂ ਨੂੰ ਇਸ ਗੱਲ ਦਾ ਡਰ ਹੁੰਦਾ ਹੈ। ਡਰ ਤਾਂ ਉਸ ਨੂੰ ਵੀ ਸੀ
ਜਿਹੜਾ ਉਹ ਚੌਂਕ ਦੇ ਵਿੱਚ ਬੈਠਾ ਹੈ। ਪਰ ਉਹਨੂੰ ਇਸ ਗੱਲ ਬਾਰੇ ਬੜਾ ਯਕੀਨ ਸੀ ਕਿ ਰਾਜੇ ਨੇ ਮੇਰੇ ਕੋਲ ਵੈਸੇ ਨਹੀਂ ਆਉਣਾ, ਪਹਿਲਾਂ ਆਪਣੇ ਜਸੂਸਾਂ ਨੂੰ ਭੇਜੇਗਾ। ਤੋ 3-4 ਦਿਨ ਉਹਨੇ ਪੂਰੀ ਇਕਾਗਰਤਾ ਦੇ ਨਾਲ ਉਸੇ ਤਰ੍ਹਾਂ ਅੱਲਾ ਅੱਲਾ ਜਪਿਆ, ਬੜਾ ਰੋਟੀ ਪਾਣੀ ਵੱਲ ਵੀ ਨਾ ਧਿਆਨ ਦਿੱਤਾ। ਤੋ ਜਸੂਸਾਂ ਨੇ ਜਾ ਕੇ ਰਾਜੇ ਨੂੰ ਸਭ ਗੱਲ ਦੱਸ ਦਿੱਤੀ ਕਿ ਇਹ ਰਾਜਨ ਜਿਹੜਾ ਚੌਂਕ ਦੇ ਵਿੱਚ ਉਹ ਫਕੀਰ ਬੈਠਾ ਸੱਚਮੁੱਚ ਹੀ ਪੂਰਾ ਫਕੀਰ ਹੈ। ਤੋ ਰਾਜੇ ਨੇ ਕਿਹਾ ਵੀ ਫਿਰ ਤਾਂ ਜੇਕਰ ਇਸ ਤਰ੍ਹਾਂ ਹੈ ਤਾਂ ਫਿਰ ਤਾਂ ਇਹੋ ਜਿਹੇ ਫਕੀਰ ਛੇਤੀ ਕਿਤੇ ਮਿਲਦੇ ਨਹੀਂ, ਆਪਾਂ ਨੂੰ ਵੀ ਦਰਸ਼ਨ ਕਰਨੇ ਚਾਹੀਦੇ ਨੇ। ਉਹਨੇ ਨਾਲ ਆਪਣੀਆਂ ਬੇਗਮਾਂ ਨੂੰ ਵੀ ਲਿਆ, ਆਪ ਵੀ ਚੱਲਿਆ, ਕਈ ਪ੍ਰਕਾਰ ਦੇ ਜਿਹੜੇ ਉਪਹਾਰ ਨੇ ਉਹ ਲੈ ਕੇ ਆ ਗਿਆ। ਫਕੀਰ ਉਸੇ ਪ੍ਰਕਾਰ ਹੀ, ਉਹ ਜਾਂ ਕਹਿ ਲਓ ਬਹਿਰੂਪੀ ਹੈ ਜਿਹੜਾ ਸੀ ਜਾਂ ਫਕੀਰ ਸੀ, ਉਸੇ ਪ੍ਰਕਾਰ ਹੀ ਬੈਠਾ ਹੈ। ਤੋ ਹੁਣ ਰਾਜੇ ਨੇ ਆਉਂਦੇ ਸਾਰ ਪਹਿਲਾਂ ਉਸ ਫਕੀਰ ਦੇ ਪੈਰਾਂ ਨੂੰ ਮੱਥਾ ਟੇਕਿਆ। ਉਹ ਇੱਕਦਮ ਡਰ ਗਿਆ ਕਿ ਜੇਕਰ ਬਾਦਸ਼ਾਹ ਨੂੰ ਪਤਾ ਲੱਗ ਗਿਆ, ਰਾਜੇ ਨੂੰ ਪਤਾ ਲੱਗ ਗਿਆ ਤਾਂ ਫਿਰ ਮੈਨੂੰ ਇਹ ਤਾਂ ਸਜ਼ਾ ਵੀ ਦੇਵੇਗਾ। ਪਰ ਬੈਠਾ ਰਿਹਾ। ਤੋ ਹੁਣ ਰਾਜੇ ਨੇ ਆਖਿਆ ਕਿ ਤੁਸੀਂ ਕਿਰਪਾ ਕਰੋ, ਆ ਨਾ ਮੇਰੇ ਕੋਲ ਜਿਹੜੀਆਂ ਭੇਟਾਵਾਂ ਨੇ, ਸੋਨਾ ਹੈ, ਚਾਂਦੀ ਹੈ, ਮੈਂ ਬੜੀਆਂ ਭੇਟਾਵਾਂ ਲੈ ਕੇ ਆਇਆ, ਤੁਸੀਂ ਇਸ ਨੂੰ ਸਵੀਕਾਰ ਕਰ ਲਓ। ਤੋ ਉਹਨੇ ਆਖਿਆ ਕਿ ਮੈਂ ਭੇਟਾਵਾਂ ਕੀ ਕਰਨੀਆਂ ਨੇ, ਜਾ ਆਪਦੇ ਜਾ ਕੇ ਕਿਸੇ ਪਰਜਾ ਦੇ ਵਿੱਚ ਵੰਡ ਦੇ, ਮੈਂ ਕੀ ਕਰਨੀਆਂ। ਤੋ ਰਾਜੇ ਨੇ ਕਿਹਾ ਨਹੀਂ ਜੀ, ਮੈਂ ਤੁਹਾਡੇ ਵਾਸਤੇ ਲੈ ਕੇ ਆਇਆ। ਅੱਗੋਂ ਫਿਰ ਫਕੀਰ ਜਾਂ ਕਹਿ ਲਓ ਬਹਿਰੂਪੀ ਇੱਕਦਮ ਬੋਲਦਾ ਨਹੀਂ, ਅਸੀਂ ਇਹ ਕੀ ਕਰਨੀਆਂ ਨੂੰ ਫੜਾ ਦਿਓ। ਤੋ ਰਾਜਾ ਕੀ ਕਰਦਾ ਹੁਣ, ਉਹ ਸਾਰੀਆਂ ਜਿੰਨੀਆਂ ਵੀ ਮੋਹਰਾਂ ਸੀ ਜਾਂ ਸੋਨਾ ਜਾਂ ਜੋ ਕੁਝ ਵੀ ਲੈ ਕੇ ਆਇਆ ਉਹ ਸਾਰੀਆਂ ਉਸੇ ਪ੍ਰਕਾਰ ਹੀ ਵੰਡ ਦਿੱਤੀਆਂ। ਫਿਰ ਰਾਜੇ ਨੇ ਉਹਦੇ ਪੈਰਾਂ ਨੂੰ ਹੱਥ ਲਾਇਆ। ਤੋ ਜਦੋਂ ਜਾਣ ਲੱਗਿਆ, ਕੁਝ ਕੁ ਕਦਮ ਅੱਗੇ ਜਦ ਗਿਆ ਤੋ ਬਹਿਰੂਪੀਆ ਇੱਕਦਮ ਖੜਾ ਹੋਇਆ ਤੇ ਖੜਾ ਹੋ ਕੇ ਰਾਜੇ ਦੇ ਪੈਰਾਂ ਨੂੰ ਫੜ ਲਿਆ ਤੇ ਰਾਜੇ ਦੇ ਪੈਰਾਂ ਨੂੰ ਫੜ ਕੇ ਆਖਣ ਲੱਗਿਆ ਕਿ ਰਾਜਨ, ਤੁਸੀਂ ਮੈਨੂੰ ਮਾਫ ਕਰ ਦਿਓ। ਤੋ ਜਿਹੜਾ ਰਾਜਾ ਸੀ ਇੱਕਦਮ ਕੰਬ ਗਿਆ ਕਿ ਫਕੀਰ ਨੇ ਮੇਰੇ ਪੈਰਾਂ ਨੂੰ ਫੜਿਆ। ਤੋ ਉਹਨੇ ਆਖਿਆ ਫਕੀਰ ਜੀ ਤੁਹਾਡੇ ਕੋਲੋਂ ਕੀ ਗਲਤੀ ਹੋ ਗਈ? ਕਹਿਣ ਲੱਗਿਆ ਨਹੀਂ, ਬਾਅਦ ਵਿੱਚ ਦੱਸਾਂਗਾ, ਪਹਿਲਾਂ ਮੈਨੂੰ ਮਾਫ ਕਰ ਦਿਓ। ਉਹਨੇ ਆਖਿਆ ਜੀ ਨਹੀਂ, ਮੈਂ ਤੁਹਾਨੂੰ ਕੌਣ ਹੁੰਦਾ ਮਾਫ ਕਰਨ ਵਾਲਾ, ਮੈਂ ਤਾਂ ਆਪਣੀਆਂ ਭੁੱਲਾਂ ਚੁੱਕਾਂ ਤੁਹਾਡੇ ਤੋਂ ਮਾਫ ਕਰਵਾਉਣ ਵਾਸਤੇ ਆਇਆ। ਤੋ ਹੌਲੀ ਹੌਲੀ ਪਹਿਲਾਂ ਉਹਨੇ ਪਰਨਾ ਲਾਇਆ, ਫਿਰ ਜਿਹੜੀ ਮੂੰਹ ਤੇ ਨਕਲੀ ਦਾੜੀ ਲਾਈ ਸੀ ਉਹ ਵੀ ਲਾ ਦਿੱਤੀ। ਤੋ ਰਾਜਾ ਹੈਰਾਨ ਹੋ ਗਿਆ ਕਿ ਇਹ ਤਾਂ ਆਪਣਾ ਹੀ ਉਹ ਬਹਿਰੂਪੀ ਹੈ। ਤੋ ਕਹਿਣ ਲੱਗਿਆ ਵੀ ਸੱਚਮੁੱਚ ਤੂੰ ਜਿੱਤ ਗਿਆ, ਦੱਸ ਹੁਣ ਤੈਨੂੰ ਕੀ ਚਾਹੀਦਾ। ਤੋ ਸਾਧ ਸੰਗਤ ਜਿਹੜਾ ਉੱਤਰ ਉੱਥੇ ਉਸ ਬਹਿਰੂਪੀਏ ਨੇ ਦਿੱਤਾ ਨਾ, ਉਹ ਸੱਚਮੁੱਚ ਹੀ ਬੜਾ ਪਿਆਰਾ ਉੱਤਰ ਸੀ ਤੇ ਅੰਦਰ ਤੱਕ ਵਿੰਨ ਕੇ ਰੱਖ ਦਿੰਦਾ ਹੈ। ਉਹਨੇ ਆਖਿਆ ਨਹੀਂ ਰਾਜਨ, ਹੁਣ ਮੈਂ ਤੇਰੇ ਕੋਲੋਂ ਕੱਖ ਵੀ ਨਹੀਂ ਲੈਣਾ ਹੈ। ਕਹਿੰਦਾ ਮੈਂ ਹੈਰਾਨ ਹੋ ਗਿਆ, ਅਜੇ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ, ਉਸ ਖੁਦਾ ਦੀ ਜਿਹੜੀ ਬੰਦਗੀ ਸੀ, ਅਜੇ ਤਾਂ ਸਿਰਫ ਤੇ ਸਿਰਫ ਪਖੰਡ ਰੂਪ ਵਿੱਚ ਹੀ ਕਰ ਰਿਹਾ ਸੀ, ਤਾਂ ਤੁਹਾਡੇ ਵਰਗੇ ਰਾਜੇ ਨੂੰ ਉਸ ਖੁਦਾ ਨੇ ਮੇਰੇ ਚਰਨਾਂ ਦੇ ਵਿੱਚ ਪਾ ਦਿੱਤਾ। ਜੇ ਸੱਚਮੁੱਚ ਹੀ ਮੈਂ ਉਹਦੀ ਬੰਦਗੀ ਵਿੱਚ ਲੱਗਿਆ ਹੁੰਦਾ ਤਾਂ ਫਿਰ ਪਤਾ ਨਹੀਂ ਉਹਨੇ ਕੀ ਤੋਂ ਕੀ ਕਰ ਦੇਣਾ ਸੀ। ਤੋ ਸਰੋਤਿਓ, ਇਸ ਪਾਵਨ ਦ੍ਰਿਸ਼ਟਾਂਤ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਦਾ ਤਾਂ ਚਾਹੇ ਮਜ਼ਾਕ ਵਿੱਚ ਵੀ ਵਾਹਿਗੁਰੂ ਸ਼ਬਦ ਨਿਕਲ ਜਾਵੇ ਮੁੱਖ ਦੇ ਵਿੱਚੋਂ, ਉਹ ਵੀ ਬਹੁਤ ਤਾਰਨਯੋਗ ਹੈ। ਤੋ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਇਹੀ ਹੁਕਮ ਕੀਤਾ ਕਿ ਜਿੰਨਾ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਪਿਆ ਜਾ ਸਕਦਾ ਉਨਾ ਜਪੋ। ਦਿਨ ਰਾਤੀ ਆਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ। ਇੱਕ ਨਿਮਖ ਦੀ ਵੀ ਕਿਤੇ ਢਿੱਲ ਨਾ ਵਰਤੋਂ, ਪਤਾ ਹੀ ਨਹੀਂ ਹੈ ਕਿ ਅਗਲਾ ਸਾਹ ਆਵੇ ਜਾਂ ਨਾ ਆਵੇ। ਹੋਈਆਂ ਭੁੱਲ ਚੁੱਕ ਦੀ ਖਿਮਾ। ਜੇਕਰ ਦ੍ਰਿਸ਼ਟਾਂਤ ਜਾਂ ਸਾਖੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।